मन रे थिर रहो मत कत जाहि जियो। बाहर ढूंढत बहुत दुख पावहें, घर अमृत घट माही जियो। रहाओ अवगुण छोड़ गुणा कौ धावहो, कर अवगुण पछताही जियो। सर अपसर की सार न जान है, फिर कीच बुढ़ाही जियो। अंतर मैल लोभ बहु झूठे, बाहर नावहो काही जियो। निर्मल नाम जपहो सदगुरुमुख, अंतर की गत ताही जियो। पर हर लोभ निंदा कूड़ त्यागहो, सच गुर बचनी फल पाही जियो। ज्यों भावै त्यों राखहो हर जियो, जन नानक शब्द सलाही जियो। पर हर लोभ निंदा कूड़ त्यागहो, सच गुर बचनी फल पाही जियो। ज्यों भावै त्यों राखहो हर जियो, जन नानक शब्द सलाही जियो। वाहिगुरु जी का खालसा, वाहिगुरु जी की फतेह। सतगुरु पातशाह साहब जी दे पावन दरबार दीयां हाज़रियां भरदिया गुरु पातशाह साहब जी दे अपने ही निज पावन स्वरूप शब्द नाल चित ला के जद आप सावधान ते इकाग्र चीत होए जुड़ मिल बैठे हो, पातशाह गुरदेव जी दियां बेअंत महरहमतां ते वडियाइयां जो सत संगत विच सदा वरतदियां ने, आप उन्हां दे सांझी ते धारणी होए। किरपालता करना, अपने निर्मल हिरदे चों अरदास करना जो गुरु पातशाह साहब जी रहमत करन। पावन शब्द दी विचार बोलण दा ताण ਅਤੇ ਵਿਚਾਰ ਦਾ ਪ੍ਰਵਾਹ ਬਖਸ਼ਣ। ਇੱਕ ਵਾਰ ਆਸੀਸ ਦਿੰਦਿਆਂ ਅੰਮ੍ਰਿਤ ਦ੍ਰਿਸ਼ਟੀ ਪਾ ਕੇ ਜਪਣਾ ਜੀ ਸਤਨਾਮ ਸ਼੍ਰੀ ਵਾਹਿਗੁਰੂ। ਗਰੀਬ ਨਿਵਾਸ ਘਟ ਘਟ ਕੇ ਵਾਸੀ ਸ਼੍ਰੀ ਅਕਾਲ ਪੁਰਖ ਵਾਹਿਗੁਰੂ ਜੀ ਦਾ ਕੋਟਾਨ ਕੋਟ ਸ਼ੁਕਰਾਨਾ ਜੋ ਸੱਚੇ ਪਾਤਸ਼ਾਹ ਸਾਹਿਬ ਜੀ ਨੇ ਕਿਰਪਾ ਕੀਤੀ ਹੈ। ਹੁਣ ਤੱਕ ਦਾ ਸਮਾਂ ਰਾਤਰੀ ਦੇ ਰੂਪ ਵਿੱਚ ਆਪਣੇ ਪਿਆਰ ਤੇ ਭਾਣੇ ਵਿੱਚ ਬਤੀਤ ਕਰਾਏ। ਅੰਮ੍ਰਿਤ ਵੇਲੇ ਕੀ ਜਾਗ ਬਖਸ਼ਿਸ਼ ਕੀਤੀ ਤੇ ਇਸ ਵਕਤ ਆਪਣੇ ਹੀ ਪਾਵਨ ਦਰਬਾਰ ਦੀ ਹਾਜ਼ਰੀ ਭਰਨ ਦਾ ਸੁਭਾਗ ਬਖਸ਼ਿਆ। ਹਰ ਰੋਜ਼ ਦੀ ਤਰ੍ਹਾਂ ਅੱਜ ਵੀ ਅੰਮ੍ਰਿਤ ਵੇਲੇ ਸੱਚੇ ਸਾਹਿਬ ਦੀ ਬਖਸ਼ਿਸ਼ਾਂ ਦਾ ਦਰ ਖੋਲ੍ਹੇ। ਸਾਡੇ ਵਾਸਤੇ ਜੋ ਉਪਦੇਸ਼ ਪ੍ਰਾਪਤ ਹੋਇਆ ਉਸ ਨੂੰ ਠਹਿਰ ਕੇ ਵਿਚਾਰਨ ਦੀ ਜ਼ਰੂਰਤ ਹੈ, ਕਿਉਂਕਿ ਜਦੋਂ ਵੀ ਅਸੀਂ ਕੋਈ ਧਰਮ ਦੇ ਨਾਂ 'ਤੇ ਵੱਡੇ ਕਰਤੱਵ ਕਰਦੇ ਹਾਂ ਨਾ ਸਮਾਜਿਕ ਤੌਰ 'ਤੇ, ਗੁਰੂ ਸਾਹਿਬ ਜੀ ਸਾਨੂੰ ਤਾਂ ਸਹੀ ਮਾਰਗਦਰਸ਼ਨ ਦਿੰਦੇ ਨੇ। ਅਸੀਂ ਮੰਨੀਏ ਤੇ ਭਾਵੇਂ ਨਾ ਮੰਨੀਏ, ਇਹ ਗੱਲ ਸਾਡੇ 'ਤੇ ਨਿਰਭਰ ਕਰਦੀ ਹੈ। ਅਸਾਂ ਆਪਣੇ ਵੱਲੋਂ ਬਹੁਤ ਕੁਝ ਕੀਤਾ ਹੋਵੇਗਾ ਜੋ ਪਿਛਲੇ ਸਮੇਂ 'ਚ ਕੱਲ੍ਹ ਪਰਸੋਂ ਕੀਤਾ ਹੋਵੇਗਾ, ਪਰ ਮਹਾਰਾਜ ਕਹਿਣ ਲਿਖੇ ਕਰਮ ਧਰਮ ਪਾਖੰਡ ਜੋ ਦੀਸੈ, ਤਿੰਨ ਜਮਜਾ ਗਾਤੀ ਲੂਟੈ। ਬਈ ਤੁਸੀਂ ਬਹੁਤ ਕਰਦੇ ਹੋਗੇ ਆਪਣੇ ਵੱਲੋਂ, ਅਸੀਂ ਧਰਮ ਦੇ ਨਾਂ 'ਤੇ ਆਹ ਵੀ ਕਰ ਲਿਆ, ਧਰਮ ਦੇ ਨਾਂ 'ਤੇ ਆਹ ਵੀ ਕਰ ਲਿਆ, ਧਰਮ ਦੇ ਨਾਂ 'ਤੇ ਆਹ ਵੀ ਕਰ ਲਿਆ। ਪਰ ਧਰਮ ਦੇ ਨਾਂ 'ਤੇ ਜੋ ਕਰਮ ਕਰਦੇ ਹੋ, ਪਰ ਕੀ ਤੁਸੀਂ ਉਸ ਨੂੰ ਹਿਰਦੇ ਕਰਕੇ ਕਰਦੇ ਹੋ?
ਕਰਮ ਕਾਂਡ ਤੇ ਨਹੀਂ ਕਰਦੇ। ਜੇ ਉਹੀ ਕਰਤੱਵ ਤੁਸੀਂ ਪ੍ਰੇਮ ਦੇ ਨਾਲ ਕਰਦੇ ਹੋ ਤੇ ਗੱਲ ਅਲੱਗ ਹੈ, ਤੇ ਜੇ ਕੇਵਲ ਧਰਮ ਸਥਾਪਿਤ ਕਰਨ ਵਾਸਤੇ ਕਰਦੇ ਹੋ ਤੇ ਫਿਰ ਬਾਤ ਲੱਗ ਜੇ। ਫਿਰ ਤਿੰਨ ਜਮ ਜਾਗਾਤੇ ਲੁੱਟੈ। ਮਹਾਰਾਜ ਫਿਰ ਕਿਹੜਾ ਕਰਮ ਹੈ ਜਿਹਨੂੰ ਜਮ ਨਹੀਂ ਲੁੱਟਦਾ? ਕਹਿਣ ਲੱਗੇ ਨਿਰਵਾਣ ਕੀਰਤਨ ਗਾਵੋ ਕਰਤੇ ਕਾ। ਨਿਰਵਾਣ ਦਾ ਮਤਲਬ ਹੈ ਜਿਹਨੂੰ ਅਸੀਂ ਹੁਣ ਪੰਜਾਬ ਵਿੱਚ ਨਿਸ਼ਕਾਮ ਕਹਿਣ ਲੱਗ ਪਏ ਆਪਾਂ। ਹਾਲਾਂਕਿ ਨਿਸ਼ਕਾਮ ਤੋਂ ਵੀ ਨਿਰਵਾਣ ਥੋੜ੍ਹਾ ਹੋਰ ਗਹਿਰਾ ਹੈ, ਜਿਸ ਤੇ ਸਦਕੇ ਨਿਰਵਾਣ ਪ੍ਰਾਪਤ ਹੋ ਜਾਏ, ਜਿਸ ਤੇ ਸਦਕੇ ਬੰਧਨ ਤੋਂ ਮੁਕਤੀ ਹਾਸਲ ਹੋ ਜਾਏ, ਤੇ ਉਹ ਕੀਰਤਨ ਹੈ ਪਰਮਾਤਮਾ ਦੀ ਉਸਤਤ। ਉਹ ਗਾਇਆ ਕਰੋ। ਜਿੱਥੇ ਬੈਠ ਕੇ ਅਸੀਂ ਯਤਨ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ, ਮਤਾਂ ਅਸੀਂ ਨਿਰਵਾਣ ਕੀਰਤਨ ਦੇ ਰੂ ਮੁਕਾਮ 'ਤੇ ਪਹੁੰਚ ਸਕੀਏ। ਫਿਰ ਇਹਦੇ 'ਚ ਕੀ ਕਰਿਆ ਕਰੀਏ? ਕਹਿਣ ਲੱਗੇ ਭਾਈ ਆਪਣੀ ਮਨਮਰਜ਼ੀ ਦੀ ਬਜਾਏ ਆਪਣੇ ਤੋਂ ਵਡੇਰਿਆਂ ਦਾ ਵਚਨ ਮੰਨਿਆ ਕਰੋ। ਜੇ ਕੋ ਬਚਨ ਕਮਾਵੈ ਸੰਤਨ ਕਾ। ਅਸੀਂ ਹਰ ਚੀਜ਼ ਆਪਣੀ ਆਪਣੀ ਮਰਜ਼ੀ ਕਰਦੇ। ਮੇਰਾ ਚਿੱਤ ਇੱਦਾਂ ਕਰਦਾ ਤੇ ਮੈਂ ਕਰ ਲੈਣਾ, ਦੂਜੇ ਦਾ ਚਿੱਤ ਇੱਦਾਂ ਕਰਦਾ ਤੇ ਮੈਂ ਉਹ ਕਰ ਲੈਣਾ। ਅਸੀਂ ਉਹਨਾਂ ਦਾ ਜਿਨ੍ਹਾਂ ਨੂੰ ਗੁਰੂ ਨੇ ਪ੍ਰਵਾਨਗੀ ਦਿੱਤੀ ਹੈ, ਜਿਨ੍ਹਾਂ ਨੂੰ ਗੁਰਮੁਖਤਾ ਹਾਸਲ ਹੋਈ ਹੈ, ਜਿਨ੍ਹਾਂ ਦਾ ਚਿੱਤ ਸ਼ਾਂਤ ਹੋ ਗਿਆ ਹੈ, ਨਾ ਤੇ ਉਹਨਾਂ ਦੀ ਤਲਾਸ਼ ਕਰਦੇ ਆ, ਨਾ ਉਹਨਾਂ ਨੂੰ ਮਿਲਦੇ ਆ, ਤੇ ਜੇ ਮਿਲ ਗਏ ਤੇ ਬਚਨ ਨਹੀਂ ਮੰਨਦੇ। ਇਹ ਬਹੁਤ ਕਮੀਆਂ ਨੇ, ਵਿਅਕਤੀਗਤ ਵੀ ਤੇ ਸਮੂਹਿਕ ਵੀ। ਕਦੇ ਸਾਡੇ ਸਿੱਖ ਸਮਾਜ ਵਿੱਚ ਇਹਨਾਂ ਗੁਰਮੁਖਾਂ ਭਗਤਾਂ ਦਾ ਬੜਾ ਮਾਣ ਰਿਹਾ ਹੈ। ਇਹ ਠੀਕ ਹੈ ਕਿ ਉਹਨਾਂ ਦੇ ਨਾਂ 'ਤੇ ਇੰਨਾ ਜ਼ਿਆਦਾ ਮਿਲਗੋਭਾ ਹੋ ਗਿਆ, ਇੰਨਾ ਜ਼ਿਆਦਾ ਸ਼ੋਰ ਸ਼ਰਾਬਾ ਰੌਲਾ ਰੱਪਾ ਪੈ ਗਿਆ ਕਿ ਸਮੇਂ-ਸਮੇਂ ਪਾਤਸ਼ਾਹ ਜੀ ਨੂੰ ਵੀ ਇਹਨਾਂ ਸਾਰੇ ਬਾਹਰਲੇ ਕਰਤਬਾਂ ਦੇ ਵਿੱਚ ਸੁਧਾਈ ਕਰਨੀ ਪਈ ਹੈ, ਸਫਾਈ ਕਰਨੀ ਪਈ ਹੈ। ਪਰ ਬਾਵਜੂਦ ਇਸ ਦੇ ਸੱਚ ਮਹਾਰਾਜ ਨੇ ਰੱਖਿਆ। ਮਹਾਰਾਜ ਨੇ ਸੱਤ ਨੂੰ ਥਾਂ ਦਿੱਤਾ ਹੈ। ਵੱਡੇ ਪੱਧਰਾਂ 'ਤੇ ਅਸੀਂ ਵੇਖਿਆ ਨਾ, ਜਦੋਂ ਮਹਾਰਾਜ ਨੇ ਮਸੰਦ ਪ੍ਰਥਾ ਵੀ ਖਤਮ ਕੀਤੀ ਹੈ, ਬੇਸ਼ੱਕ ਉਹ ਪਦਵੀ ਮਸੰਦ ਪ੍ਰਥਾ ਜੋ ਸਮਾਜਿਕ ਤੌਰ 'ਤੇ ਸੀ ਉਹ ਖਤਮ ਕਰਤੀ ਹੈ, ਪਰ ਜਿਹੜੇ ਸੱਚੇ ਤੇ ਸੁੱਚੇ ਸਨ ਭਾਈ ਫੇਰੂ ਸਾਹਿਬ ਜੀ ਵਰਗੇ, ਉਹਨਾਂ ਨੂੰ ਸਾਰੇ ਮਾਣ ਹੱਕ ਹਕੂਕ ਵੀ ਬਖਸ਼ਿਸ਼ ਕਰ ਦਿੱਤੇ। ਜੇ ਬਾਕੀਆਂ ਦੁਲਚੇ ਵਰਗਿਆਂ ਨੂੰ ਸਜ਼ਾਵਾਂ ਮਿਲੀਆਂ ਨੇ, ਚੇਤੋ ਵਰਗਿਆਂ ਨੂੰ ਸਜ਼ਾਵਾਂ ਮਿਲੀਆਂ ਨੇ, ਪਰ ਭਾਈ ਫੇਰੂ ਵਰਗਿਆਂ ਨੂੰ, ਭਾਈ ਸੰਗਤੀਆਂ ਵਰਗਿਆਂ ਜੀ ਨੂੰ ਬੜਾ ਮਾਣ ਸਨਮਾਨ ਮਿਲੇ। ਮਹਾਰਾਜ ਨੇ ਇੱਥੋਂ ਤੱਕ ਕਹਿਤਾ ਵੀ ਕੋਈ ਵਕਤ ਹੈ ਵੀ ਤੁਹਾਡਾ ਹੱਥ ਹੈ ਤੇ ਖੀਸਾ ਗੁਰੂ ਕਾ ਹੈ। ਤੇ ਭਾਈ ਫੇਰੂ ਸਾਹਿਬ ਨੂੰ ਬਖਸ਼ਿਸ਼ ਹੋ ਗਈ ਕਿ ਹੱਥ ਵੀ ਤੇਰਾ ਤੇ ਖੀਸਾ ਵੀ ਤੇਰਾ, ਸਭ ਹੱਕ ਹਕੂਕ ਨੇ। ਉਹ ਨੇ ਸੰਤ ਜਿਨ੍ਹਾਂ ਨੂੰ ਇਹੋ ਜਿਹੀ ਮਾਣ ਮਿਲੇ ਨੇ, ਔਰ ਜਿਹੜੇ ਆਪਣੇ ਨਾਲ, ਆਪਣੇ ਸ਼ਬਦਾਂ ਨਾਲ, ਆਪਣੇ ਨਾਲ ਸੰਤ ਕਹਿ ਕੇ ਰਾਜੀ ਨਹੀਂ। ਜੇ ਗੱਲ ਕਰੇ ਤੇ ਕਹਿੰਦੇ ਨਹੀਂ ਜੀ ਅਸੀਂ ਤੇ ਸਿੱਖ ਬਣ ਜੀ, ਇੰਨੇ ਬੜਾ ਹੈ। ਜਿਹੜਾ ਆਪਣੇ ਆਪ ਨੂੰ ਸੰਤ ਕਹਿਲਵਾ ਰਿਹਾ ਹੈ ਉਹਦੇ ਮਗਰ ਮਤ ਜਾਈਏ, ਪਰ ਜਿਹੜਾ ਆਪਣੇ ਆਪ ਨੂੰ ਗੁਰਸਿੱਖ ਕਹਿਲਵਾ ਰਿਹਾ ਹੈ, ਜਿਹੜਾ ਆਪਣੇ ਆਪ ਨੂੰ ਕੀ ਕਹਿ ਰਿਹਾ ਕਿ ਮੈਂ ਗੁਰਸਿੱਖ ਬਣ ਜਾਵਾਂ, ਇੰਨਾ ਹੀ ਬਹੁਤ ਹੈ, ਤੇ ਸਮਝਣਾ ਉਹਦੇ ਅੰਦਰ ਬਹੁਤ ਕੁਛ ਹੈ ਜੋ ਸਾਨੂੰ ਪ੍ਰਾਪਤ ਹੋ ਸਕਦਾ ਹੈ। ਗੁਰਦੇਵ ਕਿਰਪਾ ਕਰਨ ਸੇ ਗੁਰਮੁਖਾਂ ਦੀ ਤਲਾਸ਼ ਨਿਰੰਤਰ ਜਾਰੀ ਰਹੇ, ਤੇ ਜਿੱਥੇ ਤਲਾਸ਼ ਰਹੇ ਤੇ ਬੇਨਤੀ ਮਹਾਰਾਜ ਮਿਲਾਪ ਵੀ ਹਾਸਲ ਹੋਵੇ। ਐਸੇ ਭਗਤਾਂ ਦਾ, ਐਸੇ ਗੁਰਮੁਖਾਂ ਦਾ, ਐਸੇ ਰਸਿਕ ਪੁਰਖਾਂ ਦਾ। ਉਮਰਾਂ ਦਾ ਮਤਲਬ ਇੱਥੇ ਨਹੀਂ ਹੁੰਦਾ। ਹੋ ਸਕਦਾ ਐਸਾ ਰਸਿਕ ਕੋਈ ਬਾਲਕ ਵੀ ਹੋ ਸਕਦਾ ਹੈ, ਕੋਈ ਬਜ਼ੁਰਗ ਵੀ, ਕੋਈ ਹੋ ਸਕਦਾ ਹੈ, ਕੋਈ ਇਸਤਰੀ, ਕੋਈ ਪੁਰਸ਼, ਕੋਈ ਭੈਣ, ਕੋਈ ਹੋ ਸਕਦਾ ਹੈ। ਬਸ ਉਸੇ 'ਚ ਉਹ ਬਖਸ਼ਿਸ਼ ਲੈਣੀ ਹੈ ਜਿਸ ਤਰ੍ਹਾਂ ਉਹ ਬਖਸ਼ਿਸ਼ ਹੈਗੀ ਗੁਰੂ ਕੋਲ ਹੈ। ਪਰ ਇਹ ਰਸਿਕ ਪੁਰਖ ਕੀ ਕਰਦੇ ਨੇ? ਗੁਰੂ ਤੱਕ ਲਿਆਉਂਦੇ ਨੇ। ਅੱਜ ਬਚਨ ਸਾਨੂੰ ਲਗਾਤਾਰ 2-3 ਦਿਨ ਤੋਂ ਵਾਚ ਰਹੇ, ਜਿਸ ਜਲ ਨਿਧ ਕਾਰਨ ਤੁਮ ਜਗ ਆਏ, ਸੋ ਅੰਮ੍ਰਿਤ ਗੁਰ ਪਾਹੀ ਜੀਓ। ਭਾਈ ਉਹ ਅੰਮ੍ਰਿਤ ਉਦਾਤ ਉਹ ਤੱਤ ਵਿਚਾਰ ਗੁਰੂ ਕੋਲ ਹੈ, ਪਰ ਗੁਰੂ ਕੋਲੋਂ ਉਹ ਤੱਤ ਨੂੰ ਪ੍ਰਾਪਤ ਕਰਨ ਵਾਸਤੇ ਤੁਹਾਨੂੰ ਕੁਛ ਕਰਨਾ ਪੈਣਾ। ਇਹ ਨਹੀਂ ਕਿ ਵਿਹਲਿਆਂ ਬੈਠਿਆਂ ਨੂੰ ਮਿਲ ਜੇਗਾ। ਇਹ ਦਾਤ ਵਿਹਲਿਆਂ ਬੈਠਿਆਂ ਨੂੰ ਨਹੀਂ ਜੇ ਮਿਲਦੀ। ਅਸਾਂ ਆਪਣਾ ਕਰਤੱਵ ਕਰਨਾ ਹੈ, ਤੇ ਆਪਣਾ ਕਰਤੱਵ ਕਰਨਾ ਹੀ ਧਰਮ ਹੁੰਦਾ ਜੇ। ਅਸੀਂ ਸੋਚਦੇ ਹਾਂ ਕਿ ਕੋਈ ਛੋਟੇ ਮੋਟੇ ਪੂਜਾ ਪਾਠ ਕਰਕੇ ਧਰਮ ਨਿਭਾ ਲਏ। ਨਹੀਂ, ਸਾਡੇ ਕੀ ਡਿਊਟੀਜ਼ ਨੇ, ਅਸੀਂ ਕੀ ਕਰ ਸਕਦੇ ਹਾਂ।
जो असीं कर सकते हाँ वो तो करिए ना, तो फिर असीं धर्मी हो जावांगे। तो जे असीं जो कर सकते हाँ वो भी नहीं करते तो कहने तू सब कुछ कर, तो फिर कुछ नहीं करता। इसे करके करता पुरख कुछ भी नहीं करता किते, ते किते करता सब कुछ करता है। यही सानू महाराज कहन कुछ करो भाई, तुसी की करिए, जितना कर सकते हो तुसी। असीं महाराज की कर सकते हैं, कह लगे तुसीं पहाड़ ते नहीं चुक सकते, पर अपने अंदर दियां अवगुणां नूं ते छड्ड सकते हो ना। अवगुण छोड़ गुणा को धावो, ये तो कर सकते हो ना। असीं पिछे 2 दिन वाचिया भी तुई वेस भेस छड्ड दिओ, चतुराइयां छड्ड दिओ। जे गुरु तो ये दात प्राप्त करनी है तो ये चीज़ां ने कोई काम नहीं करना। ये वेश अते भेश समाज विच काम आउंदे ने, समाजिकता दे विच साडे थां ते साडे स्टेटस नूं कामयाब रखदे ने। इत्थे इन्हां दी ज़रूरत है, इस कोई दो राय नहीं। लिबास, वर्दी, यूनीफॉर्म ये साडियां समाज विच समाजिकता ते साडे स्टेटस नूं बरकरार रखदियां ने। इस करके भाई समाजिक तौर पर जो साडा स्टेटस है, जिस मुताबिक जिस पद्धर ते असीं जी रहे हाँ, सानू उस पद्धर का लिबास, ड्रैस या जो यूनीफॉर्म शब्द वरते हो वो साडी पौड़ी लाजमी करार है। तां ही तुसीं उस मंडल विच पहचाने जाओगे। जिवें असीं कहिए कि आ फोर्सेज जो आर्मीज़ ने या पुलिस ने, इन्हां दी विशेष यूनीफॉर्म इन्हां दी पहचान है। तो जो वड्डा अफसर होवे ते वर्दी ना पाई होवे तो उसकी वैल्यू घट जाती है। इसे तरह भाई जो समाजिकता के तौर पर सानू जो लिबास मिले ने, समाज ने दिते ने, और उहदे विच साडे वडेरियां ने कुछ पाबंदियां निहित कीतियां ने, वो समाजिकता है। हाँ, कोई ये ना समझ बैठे कि ना समाजिकता के यूनीफॉर्म पा के मैनू गुरु की खुशी मिल जाएगी। जिवें कोई बच्चा वर्दी पा के कहंदा कि मैं विद्यार्थी बन गया हाँ, विद्वान नहीं। वर्दी पा के सिर्फ विद्यार्थी होने का माण मिलता है, विद्या नहीं मिलती। विद्या तो ग्रहण करनी पैंदी है। विद्या वास्ते वर्दी जरूरी नहीं है, पर स्कूल वास्ते वर्दी जरूरी है। इस करके जितने लिबास ने, जो साडा बाहरला समाजिक स्ट्रक्चर है, जो साडे ते लागू होए ड्रैस कोड ने, वो असीं समाज वास्ते पाउणे नहीं, समाजिकता वास्ते पाउणे ने। पर गुरु की खुशी प्राप्त करने वास्ते इन्हां दी जरूरत ही तो झूठ उच्चे जाना पैना सानू। तो की करिए, कहने लगे उत्थे उच्चे जाने वास्ते एक जुगत है, अवगुणा का त्याग कर दिओ। जिवें समाज के लोगों ने किरतां का त्याग कराया, घर का त्याग कराता, देश का त्याग करवाता, पिंडां ते शहरां का त्याग करवाता। लोगों करवाया ना, पहाड़ां ते बैठाते, शमशानां च बैठाता, जंगलों च बैठाते। गुरु नानक कहते नहीं, किरतां का त्याग नहीं करना, परिवारां का त्याग नहीं करना। तुसीं त्यागने है तो केवल अपने अवगुणों का त्याग करना है। फिर की करिए, कहने लगे गुण ग्रहण करो। जिथे भी गुण मिलते ने, जिस भी जी तो गुण मिलते ने, ग्रहण कर लो। गुण ग्रहण करने वास्ते जरूरी नहीं कि सामने तुहाडे कोई बहुत वड्डा राजा होएगा तां ही गुण मिलणगे, नहीं। बालक तो भी गुण ग्रहण किए जा सकते हैं, और छोटे तो छोटे जियां तो गुण ग्रहण किए जा सकते हैं। भारती दर्शन च एक होए ने दत्तात्रेय नाम के महात्मा, अवधूत होए ने। जदों अवधूत दत्तात्रेय अपने निज आराधना करते हैं, जिवें असीं आपां कहीं भी सिर नितनेम करते, साधु सी, इस करके अपनी धूनी रमा के सवेरे बैठ के अपनी पूजा पाठ करते सन। तो जदों अपने पूजा पाठ करके अपने गुरु के नां ते मत्था टेकते ना, तो 24 वार मत्था टेकते। एक बार नहीं, 2 बार नहीं, 24 वार रोज़ाना मत्था टेकना। एक दो बार साथियों पूछना कि बाबा गुरु नूं ते एक बार मत्था टेकना बहुत हुंदा है, तुसीं 24 वार मत्था क्यों टेकदे हो? कहंदा जी मेरे 24 गुरु ने। लोग हैरान भी बंदे देखो गुरु हुंदा है। कह लगा नहीं, मैं घट्टो घट जिंदगी के 24 गुण सीखे ने, तो 24 गुण मैं अलग अलग थावां तो सीखे ने, तो जिन्हां तों सिੱਖਿਆ है मैं उन्होंने अज भी नमस्कार करता। ये साढ़े च होना चाहिए, एहसान फरामोश मत होइए। जिस तो भी अगर असां कुछ सीखिया है तो उहदे प्रति असीं अपना एहसान, अपना भाव, कृतज्ञता प्रकट करिए, और उहदे गुण, गुरुआं दे जो गुणां नूं ग्रहण कीते ने
ਉਹਨਾਂ ਦੀ ਲਿਸਟ ਜੇ ਦੇਖਾਂਗੇ ਕਿਤੇ ਪੁਰਾਣੇ ਪੋਥੀ 'ਚ ਮਿਲਦੀ ਹੈ, ਜੇ ਲੱਭਾਂਗੇ ਤਾਂ ਉਹਨਾਂ ਦੇ ਵਿੱਚ ਇੱਕ ਸ਼ਿਕਾਰੀ ਹੈ ਜੋ ਤੀਰ ਕਮਾਨ ਨਾਲ ਲਾ ਕੇ ਸ਼ਿਕਾਰ ਖੇਡਦਾ ਪਿਆ ਹੈ, ਇੱਕ ਉਹ ਹੈ ਜੋ ਕੁੜੀ ਚੌਲ ਛੱਟਦੀ ਪਈ ਹੈ, ਉਹਨਾਂ 'ਚ ਇੱਕ ਇੱਲ ਵੀ ਹੈ ਜੋ ਆਸਮਾਨ ਚੁੱਟਦੀ ਪਈ ਹੈ। ਬੜੇ ਐਸੇ ਨੇ ਜਿਹਨੂੰ ਅਸੀਂ ਕਦੇ ਗੌਰ ਹੀ ਨਹੀਂ ਕੀਤਾ। ਅਸੀਂ ਕਹਾਂਗੇ ਲੈ ਚੌਲ ਛੱਟਦੀ ਕੁੜੀ ਕਾਹਦੀ ਗੁਰੂ ਹੋ ਸਕਦੀ ਹੈ, ਤੀਰ ਕਮਾਨ ਦਾ ਚਲਾਉਣ ਸ਼ਿਕਾਰੀ ਕਾਹਦਾ ਗੁਰੂ ਹੋ ਸਕਦਾ ਹੈ, ਇੱਕ ਜੋ ਕਾਰੀਗਰ ਹੈ ਜੋ ਤਖਾਣ ਗਿਆ ਕਹਿ ਜੇ ਲੱਕੜ ਸਿੱਧੀਆਂ ਕਰਦਾ ਹੈ ਉਹ ਗੁਰੂ ਕਾਹਦਾ ਹੋ ਸਕਦਾ ਹੈ? ਨਹੀਂ, ਉਹਦੇ ਗੁਰੂ ਨੇ। ਕਹਿਣ ਲੱਗਾ ਇਹਨਾਂ ਤੋਂ ਮੈਂ ਧਿਆਨ ਸਿੱਖਿਆ, ਇਹਨਾਂ ਤੋਂ ਮੈਂ ਗਿਆਨ ਸਿੱਖਿਆ, ਅਤੇ ਜਿਨ੍ਹਾਂ ਤੋਂ ਵੀ ਸਿੱਖਿਆ ਹੈ ਮੈਂ ਉਹਨਾਂ ਦਾ ਸਨਮਾਨ ਕਰਦਾ ਹਾਂ। ਅਤੇ ਅਸੀਂ ਵੀ ਕਰੀਏ, ਬਸ ਗੁਣਾਂ ਕੋ ਧਾਵੋ, ਗੁਣਾਂ ਵਾਸਤੇ ਦੌੜ ਭੱਜ ਕਰੀਏ, ਗੁਣਾਂ ਨੂੰ ਗ੍ਰਹਿਣ ਕਰਨ ਵਾਸਤੇ ਮਸ਼ੱਕਤ ਕਰੀ ਸਾਂਝ ਕਰੀ ਜੈ। ਗੁਣ ਹਕੇਰੀ ਛੋੜ ਅਵਗੁਣ ਚੱਲੀਏ, ਪਹਿਰੇ ਪਟੰਬਰ ਕਰ ਅਡੰਬਰ, ਆਪਨੜਾ ਪਿੜ ਮੱਲੀਐ, ਜਿੱਥੇ ਜਾਏ ਬਹੀਐ ਭਲਾ ਕਹੀਐ। ਜਿੱਥੇ ਜਾ ਕੇ ਬੈਠੋ ਭਲਾ ਕਰੋ, ਭਲਾ ਬੋਲੋ, ਭਲਾ ਕਹੀਐ। ਝੋਲ ਅੰਮ੍ਰਿਤ ਪੀਜੈ, ਗੁਣਾ ਕਾ ਹੋਵੇ ਵਾਸਲਾ, ਕਢਵਾਸ ਲਈ ਜੈ। ਜੇ ਕਿਸੇ ਕੋ ਗੁਣਾਂ ਦੀ ਡੱਬੀ ਹੈ ਤਾਂ ਭਾਈ ਸਾਨੂੰ ਥੋੜ੍ਹੇ ਜਿਹੇ ਦੇ ਦਿਓ ਨਾ। ਅਸੀਂ ਇੱਕ ਦੂਜੇ ਸੱਜਣਾ ਮਿੱਤਰ ਨੂੰ ਕਹਿੰਦਾ ਥੋੜ੍ਹਾ ਜਿਹਾ ਭਾਈ ਮੈਨੂੰ ਵੀ ਦੇ ਦਿਓ। ਅਵਗੁਣਾਂ ਨੂੰ ਛੱਡ ਕੇ ਅਤੇ ਗੁਣ ਗ੍ਰਹਿਣ ਕਰ। ਬਾਬਾ ਜੇ ਫਿਰ ਕਿਤੇ ਗਲਤੀ ਹੋ ਜਾਏ ਫਿਰ ਕੀ ਕਰੀਏ? ਕਹਿੰਦੇ ਫਿਰ ਪਛਤਾਵਾ ਕਰ, ਆਪਣੇ ਮਨ ਵਿੱਚ ਪਛਤਾਵਾ ਕਰ, ਸੰਕਲਪ ਦ੍ਰਿੜ ਕਰ ਕਿ ਬਾਬਾ ਗਲਤੀ ਕਰ। ਅਵਗੁਣ ਕਿਉਂਕਿ ਇਹਦਾ ਭਾਵ ਹੈ ਕਿ ਸਾਡਾ ਸੁਭਾਅ ਹੁਣ ਵੇਖਿਆ ਹੋਣਾ, ਅਸੀਂ ਸੰਕਲਪ ਲਿਆ ਵੀ ਆਹ ਅਵਗੁਣ ਨਹੀਂ ਕਰਾਂਗੇ, ਮੈਨੂੰ ਪਤਾ ਲੱਗ ਗਿਆ ਵੀ ਗਲਤੀ ਮੇਰੀ ਨਹੀਂ ਕਰਾਂਗੇ, ਪਰ ਕੁਝ ਸਮੇਂ ਬਾਅਦ ਫਿਰ ਗਲਤੀ ਦੁਹਰਾਈ ਜਾਂਦੀ ਹੈ ਕਿਉਂਕਿ ਉਹ ਆਦਤ ਵਿੱਚ ਸ਼ਾਮਲ ਹੈ। ਉਹ ਗਲਤੀ ਸਾਡੇ ਕਰਮ ਖੇਤਰ ਵਿੱਚ ਹੈ ਅਤੇ ਕਰਮ ਖੇਤਰ ਦੀ ਚੇਨ ਨੂੰ ਤੋੜਨ ਵਾਸਤੇ ਸਮਾਂ ਲੱਗਦਾ ਹੈ। ਦੋ ਚੀਜ਼ਾਂ ਹੁੰਦੀਆਂ ਨੇ, ਜਾਂ ਤਾਂ ਗੁਰੂ ਸਿੱਧੀ ਕਿਰਪਾ ਕਰ ਦੇਵੇ ਅਤੇ ਗਲਤੀ ਮਿਟ ਜਾਂਦੀ ਹੈ, ਅਤੇ ਜੇ ਅਸੀਂ ਯਤਨ ਕਰਨਾ ਜੋ ਸਾਡਾ ਮੰਡਲ ਹੈ, ਅਤੇ ਸਾਡਾ ਮੰਡਲ ਦੀ ਗੱਲ ਇੱਥੇ ਚੱਲ ਰਹੀ ਹੈ ਸਾਡੀ ਅਵਸਥਾਵਾਂ ਦੀ, ਅਤੇ ਸਾਨੂੰ ਆਪਣੀਆਂ ਗਲਤੀਆਂ ਨੂੰ ਮਿਟਾਉਣ ਵਾਸਤੇ ਸਮਾਂ ਲੱਗਦਾ ਹੈ, ਬੜਾ ਮਨ ਬਲਵਾਨ ਕਰਨਾ ਪੈਂਦਾ ਹੈ। ਉਸ ਖਾਸ ਸਮੇਂ 'ਤੇ ਆ ਕੇ ਮਨ ਫਿਰ ਉਸ ਪਾਸੇ ਦੌੜਦਾ ਹੈ। ਆ ਵੇਖਿਆ ਹੁਣ ਨਸ਼ੇੜੀ ਵਿਅਕਤੀਆਂ ਨੂੰ ਬੜੇ ਯਤਨ ਕਰਕੇ ਪਰਿਵਾਰ ਦੇ ਜੀਅ ਨਸ਼ੇ ਤੋਂ ਬਚਾਉਂਦੇ ਨੇ, ਅਤੇ ਜਦੋਂ ਉਸ ਨਸ਼ੇ ਦਾ ਸਮਾਂ ਆਉਂਦਾ ਬੇਚੈਨ ਹੁੰਦੇ ਨੇ, ਤੜਪਦੇ ਨੇ, ਵਿਲਕਦੇ ਨੇ, ਹੱਥ ਪੈਰ ਜੋੜਨ 'ਤੇ ਚਲੇ ਜਾਂਦੇ ਨੇ, ਨਾਂ ਦੇ ਉੱਤੇ ਲੜਨ 'ਤੇ ਚਲੇ ਜਾਂਦੇ ਨੇ, ਚੋਰੀ ਚਕਾਰੀ ਕਰਦੇ ਨੇ। ਪਤਾ ਕਿਉਂ? ਉਦੋਂ ਉਹ ਨਸ਼ਾ ਉਹਨਾਂ ਨੂੰ ਤੰਗ ਕਰ ਰਿਹਾ ਹੈ, ਉਹਨਾਂ ਦੀ ਆਦਤ ਵਿੱਚ ਹੈ, ਤਨ ਵਿੱਚ ਹੈ, ਮਨ ਵਿੱਚ ਹੈ। ਇਸ ਕਰਕੇ ਤਨ ਵੀ ਟੁੱਟਦਾ ਹੈ ਅਤੇ ਮਨ ਵੀ ਬੇਚੈਨ ਹੁੰਦਾ ਹੈ। ਗਲਤੀਆਂ ਇਸ ਤਰ੍ਹਾਂ ਤੰਗ ਕਰਦੀਆਂ ਨੇ, ਔਰ ਕੇਵਲ ਨਸ਼ੇ ਦੀਆਂ ਹੀ ਨਹੀਂ, ਕੁਝ ਆਦਤਾਂ ਮਨੁੱਖ ਨੂੰ ਪੈ ਜਾਂਦੀਆਂ ਨੇ, ਉਸ ਸਮੇਂ 'ਤੇ ਉਹ ਆਦਤਾਂ ਵੀ ਤੰਗ ਕਰਦੀਆਂ ਨੇ। ਇਸ ਕਰਕੇ ਉਹਨਾਂ ਨੂੰ ਬ੍ਰੇਕ ਕਰਨਾ ਬਲ ਚਾਹੀਦਾ ਹੈ। ਹੌਲੀ ਹੌਲੀ ਉਹਨਾਂ ਦੀ ਫਰੀਕੁਐਂਸੀ ਘਟੇਗੀ, ਉਹਨਾਂ ਦਾ ਸਰਕਲ ਟੁੱਟੇਗਾ, ਅਤੇ ਤਦ ਜਾ ਕੇ ਅਤੇ ਜਦੋਂ ਕਿਤੇ ਦੁਬਾਰਾ ਹੁਲਝ ਹੋ ਜਾਏ ਫਿਰ ਮਾਫੀ ਮੰਗੀ, ਸੱਚੇ ਪਾਤਸ਼ਾਹ ਦੇਖੋ ਗਲਤੀ ਹੋ ਗਈ। ਅਸੀਂ ਲੁਕਾ ਕਰਦੇ ਨਹੀਂ ਮੈਂ ਨਹੀਂ ਕੀਤਾ, ਨਹੀਂ ਮਹਾਰਾਜ ਕਿ ਲੇਕਿਨ ਪਛਤਾਵਾ ਲੈ। ਪ੍ਰਾਸ਼ਚਿਤ ਕਰਮ ਨਹੀਂ ਕਿ ਇੱਥੇ ਕਰ ਅਵਗੁਣ ਪਛਤਾਹੀ, ਆਪਣੇ ਮਨ ਵਿੱਚ ਪਛਤਾਵਾ ਕਰਕੇ ਹਾਂ ਵਾਕਿਆ ਗਲਤੀ ਹੋ ਗਈ, ਦੁਬਾਰਾ ਨਹੀਂ ਹੋਣੀ ਚਾਹੀਦੀ। ਸੱਚੇ ਪਾਤਸ਼ਾਹ ਬਲ ਬਖਸ਼ਿਸ਼ ਕਰੋ ਤਾਂ ਕਿ ਮੈਂ ਸੰਕਲਪਿਤ ਹੋ ਸਕਾਂ, ਦ੍ਰਿੜ ਨਿਸ਼ਚਾ ਹੋ ਸਕਾਂ, ਮੈਂ ਦੁਬਾਰਾ ਗਲਤੀ ਨਾ ਕਰਾਂ। ਔਰ ਇਹ ਸਾਡੀਆਂ ਸਾਹ ਮਨੋਵਿਗਿਆਨਕ ਪੱਖ ਨੇ, ਸਾਡੀਆਂ ਆਦਤਾਂ ਨਾਲ ਸੰਬੰਧਿਤ ਹੈ। ਅਵਗੁਣ ਛੋੜ ਗੁਣਾ ਕੋ ਧਾਵੋ, ਕਰ ਅਵਗੁਣ ਪਛਤਾਹੀ ਜੀਓ। ਇਹ ਕਿਉਂ ਹੁੰਦੀਆਂ ਨੇ? ਸਰ ਅਪਸਰ ਕੀ ਸਾਰ ਨਾ ਜਾਣੇ, ਕਿਉਂਕਿ ਸਾਨੂੰ ਬਹੁਤੀ ਵਾਰੀ ਚੰਗੇ ਅਤੇ ਮੰਦੇ ਦੀ ਸਮਝ ਨਹੀਂ ਆਉਂਦੀ। ਕੁਝ ਗੱਲਾਂ ਤਾਂ ਅਸੀਂ ਮੋਟੇ ਤੌਰ 'ਤੇ ਵਡੇਰਿਆਂ ਤੋਂ ਪਰਿਵਾਰ 'ਚ ਸਮਝ ਲੈਂਦੇ ਹਾਂ, ਪਰ ਕੁਝ ਗੱਲਾਂ ਦੀ ਸਾਨੂੰ ਲੰਬੇ ਸਮੇਂ ਤੱਕ ਇਹ ਸਮਝ ਨਹੀਂ ਆਉਂਦੀ ਵੀ ਗਲਤ ਨੇ ਜਾਂ ਠੀਕ ਨੇ। ਅਸੀਂ ਉਹਨਾਂ ਨੂੰ ਆਪਣੇ ਵੱਲੋਂ ਠੀਕ ਕਰਕੇ ਕਰੀ ਲੈ ਕੇ ਵਿੱਚ ਮਾੜਾ ਕੀ ਹੈ। ਬਹੁਤ ਸਾਰੀਆਂ ਸਾਡੀਆਂ ਆਦਤਾਂ ਨੇ, ਸਾਡੇ ਕਰਤੱਵ ਨੇ, ਅਸੀਂ ਅਗਲੇ ਇਹ 'ਚ ਕੀ ਮਾੜਾ ਹੈ, ਇਹ 'ਚ ਕੀ ਬੁਰਾਈ ਹੈ। ਪਰ ਭਾਈ ਬੁਰਾਈ ਹੈ ਨਾ, ਕਿਉਂਕਿ ਬੁਰਾਈ ਉਹਦੇ ਨਾਲ ਜੁੜੀ ਹੋਈ ਹੈ। ਜੇ ਅਸੀਂ ਉਹ ਕਰਤੱਵ ਨੂੰ ਕਰੀ ਜਾਂਦੇ ਹਾਂ ਤਾਂ ਬੁਰਾਈ ਸਾਡੇ ਅੰਦਰ ਪ੍ਰਵੇਸ਼ ਕਰੀ ਜਾਂਦੀ ਹੈ, ਕਿਉਂਕਿ ਮਨ ਦਾ ਇੱਕ ਪਾਸਾ ਸਾਨੂੰ ਕਹਿ ਰਿਹਾ ਸੀ ਵੀ ਇਹ 'ਚ ਬੁਰਾਈ ਹੈ, ਪਰ ਸਾਡਾ ਦਲੀਲ ਤਰਕ ਕਹਿੰਦਾ ਲੈ ਕੀ ਬੁਰਾਈ ਹੈ, ਅਤੇ ਉਹ ਕੀ ਦਾ ਮਸਲਾ ਹੱਲ ਨਹੀਂ ਹੋਇਆ। ਅਸੀਂ ਉਹ ਕੰਮ ਕਰੀ ਗਏ, ਆਦਤ ਸ਼ਾਮਲ ਹੋ ਗਿਆ, ਸਾਨੂੰ ਨਹੀਂ ਪਤਾ ਲੱਗਦਾ ਬਹੁਤੀ ਵਾਰ
ਵੀ ਇਹ ਕੰਮ ਚੰਗਾ ਹੈ ਕਿ ਮੰਦਾ। ਇਸੇ ਕਰਕੇ ਸਦਾ ਸਿੱਖਿਆ ਦੇ ਮੰਡਲ ਵਿੱਚ ਕਿਹਾ ਜਾਂਦਾ ਹੈ ਕੋਈ ਵੀ ਕੰਮ ਤੁਸੀਂ ਆਪਣੀ ਮਰਜ਼ੀ ਦੇ ਨਾਲ ਨਾ ਕਰੋ। ਕਿਸ ਤਰ੍ਹਾਂ ਕਰੀਏ? ਜੋ ਗੁਰੂ ਕਹਿੰਦੇ ਨੇ ਉਸ ਤਰ੍ਹਾਂ ਕਰੋ, ਕਿਉਂਕਿ ਜਦੋਂ ਅਸੀਂ ਗੁਰੂ ਦੇ ਕਹੇ ਮੁਤਾਬਕ ਕਰਾਂਗੇ ਤੇ ਅਗਰ ਉਹਦਾ ਨਤੀਜਾ ਸਾਡੇ ਵਾਸਤੇ ਲਾਹੇਵੰਦ ਨਹੀਂ ਵੀ ਨਿਕਲੇਗਾ ਨਾ, ਫਿਰ ਸਾਡੇ 'ਤੇ ਦੋਸ਼ ਨਹੀਂ ਲੱਗੇਗਾ। ਫਿਰ ਕਹਾਂਗੇ ਦੇਖੋ ਜੀ ਅਸੀਂ ਤਾਂ ਗੁਰੂ ਮਹਾਰਾਜ ਦੀ ਆਗਿਆ 'ਚ ਕੀਤਾ, ਘਾਟਾ ਵਾਧਾ ਫਿਰ ਮਹਾਰਾਜ ਦੇ ਖਾਤੇ ਪੈਂਦਾ। ਪਰ ਅਸੀਂ ਚੂੰਕਿ ਚੰਗੇ ਅਤੇ ਮੰਦੇ ਦੀ ਖਬਰ ਨਹੀਂ ਰੱਖ ਪਾਏ, ਇਸ ਕਰਕੇ ਬਾਰ-ਬਾਰ ਗਲਤੀਆਂ ਦੇ ਵਿਕਾਰਾਂ ਦੇ ਚਿੱਕੜ ਵਿੱਚ ਡਿੱਗ ਪੈਂਦੇ ਹਾਂ। ਸਰ ਅਫਸਰ ਕੀ ਸਾਰ ਨਾ ਜਾਣਾ ਹੈ, ਫਿਰ ਕੀਚ ਬੁਢਾਹੀ ਜੀਓ। ਇਸ ਕਰਕੇ ਬਾਰ-ਬਾਰ ਗਲਤੀਆਂ ਦੇ ਚਿੱਕੜ 'ਚ ਡਿੱਗ ਪੈਂਦੇ ਹਾਂ, ਬਾਰ-ਬਾਰ ਮੋਹ ਦੇ ਚਿੱਕੜ 'ਚ ਡਿੱਗ ਪੈਂਦੇ ਹਾਂ, ਕਿਉਂਕਿ ਸਾਨੂੰ ਕੁਝ ਗੱਲਾਂ ਦਾ ਪਤਾ ਨਹੀਂ ਗਾ। ਅਸੀਂ ਚੰਗਾ ਸਮਝ ਕੇ ਕਰੀ ਜਾਂਦੇ ਹਾਂ, ਪਰ ਬਾਅਦ ਪਤਾ ਲੱਗਦਾ ਨਹੀਂ ਇਹ ਤਾਂ ਗਲਤ ਹੋ ਗਿਆ। ਇਸ ਕਰਕੇ ਸਿੱਖਿਆ ਦਾ ਮੰਡਲ ਕਹਿੰਦਾ ਨਹੀਂ, ਗੁਰੂ ਤੋਂ ਪੁੱਛ ਕੇ ਕਰੋ। ਸਤਿਗੁਰੂ ਪੁੱਛ ਚਲੋ, ਸਤਿਗੁਰੂ ਨੂੰ ਪੁੱਛ ਕੇ ਚੱਲਿਆ ਕਰੋ। ਅੱਜ ਇੱਥੇ ਵਡੇਰੇ ਮੰਡਲ ਨੇ, ਉੱਥੇ ਸਦਾ ਲੋਕ ਆਪਣੇ ਵੱਡਿਆਂ ਤੋਂ ਪੁੱਛ ਕੇ ਚੱਲਦੇ ਨੇ। ਆ ਸਿਸਟਮ ਦੇ ਵਿੱਚ ਵੀ ਐਸਾ ਹੈ, ਹਰ ਜੂਨੀਅਰ ਆਪਣੇ ਸੀਨੀਅਰ ਤੋਂ ਪੁੱਛ ਕੇ ਚੱਲਦਾ। ਇਹ ਨਹੀਂ ਕਿ ਕੰਮ ਉਹ ਗਲਤ ਠੀਕ ਦਾ ਕੋਈ ਨਿਰਣਾ ਕਰ ਲਿਆ, ਨਹੀਂ, ਸੀਨੀਅਰ ਤੋਂ ਪੁੱਛ ਲਿਆ ਹੈ ਤੇ ਕਮ ਸੇ ਕਮ ਉਹਦੀ ਰਿਸਪੌਂਸਿਬਿਲਟੀ ਸੀਨੀਅਰ 'ਤੇ ਪਹੁੰਚ ਜਾਂਦੀ ਹੈ। ਹੁਣ ਕੋਈ ਗਲਤੀ ਵੀ ਹੋਏਗੀ ਤੇ ਕਹਿਣ ਜੋਗਾ ਤੇ ਹੋਏਗਾ, ਹਾਂਜੀ ਦੇਖੋ ਮੈਂ ਤੁਹਾਡੀ ਆਗਿਆ ਲਈ ਸੀ, ਤੁਹਾਡੀ ਪਰਮਿਸ਼ਨ 'ਤੇ ਲਈ ਸੀ ਨਾ। ਹੁਣ ਦੇ ਨਾਲ ਉਹ ਜੁੜ ਜਾਂਦਾ ਹੈ, ਉਹ ਇਨਵਾਲਵ ਹੋ ਜਾਂਦਾ ਹੈ, ਉਹਦੀ ਵੀ ਰਿਸਪੌਂਸਿਬਿਲਟੀ ਜੁੜ ਜਾਂਦੀ ਹੈ। ਜੇ ਅਸੀਂ ਵੀ ਸਾਨੂੰ ਜੁਗਤ ਦਿੱਤੀ ਵਡੇਰਿਆਂ ਨੇ ਕਿ ਭਾਈ ਤੂੰ ਕੋਈ ਕੰਮ ਨਵਾਂ ਸ਼ੁਰੂ ਕਰਨਾ ਹੈ, ਅਰਦਾਸ ਕਰਿਆ ਕਰ, ਮੁੱਖ ਵਾਕ ਲਿਆ ਕਰ, ਮੁੱਖ ਵਾਕ ਦੀ ਵਿਚਾਰ ਕਰਿਆ ਕਰ। ਅਸੀਂ ਭਾਈ ਸਾਹਿਬ ਕੋ ਕਈ ਵਾਰ ਬੈਠਦੇ ਸਾਂ, ਬਹੁਤ ਵਾਰ ਐਸੇ ਮਸਲੇ ਆਣੇ, ਕੁਝ ਜੀਆਂ ਨੇ ਕੁਝ ਗੱਲਾਂ ਕਰਨੀਆਂ, ਮੁੱਖ ਵਾਕ ਲੈ ਕੇ ਆ ਕੇ ਦੱਸਣਾ ਜੀ ਆਹ ਬਚਨ ਆਇਆ, ਤੇ ਕਹਿਣਾ ਵੇਟ ਕਰੋ ਜੇ, ਅਜੇ ਨਾ ਕਰੋ, ਕਿਉਂਕਿ ਉਹਨਾਂ ਨੂੰ ਸ਼ਬਦ ਦੀ ਗਹਿਰਾਈ ਪਕੜ ਸੀ, ਤੇ ਕਹਿ ਦੇਣਾ ਅਜੇ ਵੇਟ ਕਰੋ। ਫਿਰ ਕੁਝ ਸਮੇਂ ਬਾਅਦ ਅਰਦਾਸ ਕਰਿਓ, ਫਿਰ ਆਗਿਆ ਲਿਓ, ਫਿਰ ਮੁੱਖ ਵਾਕ ਲਿਓ, ਫਿਰ ਕਰਨਾ, ਫਿਰ ਦੱਸਣਾ ਕਹਿਣਾ ਹੁਣ ਜਾਓ, ਕਿਉਂਕਿ ਉਹਨਾਂ ਨੂੰ ਉਸ ਅਵਸਥਾ ਸੀ ਉੱਚੀ ਉਹਨਾਂ ਦੀ, ਇਸ ਕਰਕੇ ਉਹਨਾਂ 'ਤੇ ਸ਼ਬਦ ਦੀ ਪਕੜ ਸੀ। ਪਰ ਸਾਨੂੰ ਨਹੀਂ ਪਕੜ ਹੁੰਦੀ, ਅਸੀਂ ਤੁਰ ਪਈ ਨਹੀਂ। ਯਤਨ ਕਰੀਏ ਇਸ ਤਰ੍ਹਾਂ ਵਡੇਰਿਆਂ ਗੁਰਮੁਖਾਂ ਦੀ ਸਲਾਹ ਲੈ ਕੇ, ਜਿਵੇਂ ਘਰ ਪਰਿਵਾਰ 'ਚ ਵਪਾਰ 'ਚ ਅਸੀਂ ਉਹਨਾਂ ਦੀ ਸਲਾਹ ਲੈਂਦੇ ਹਾਂ ਜਿਨ੍ਹਾਂ ਕੋਲ ਤਜਰਬਾ ਹੁੰਦਾ ਹੈ। ਇਸੇ ਕਰਕੇ ਮੁਲਕਾਂ ਦਾ ਤਜਰਬੇ ਦਾ ਹੀ ਤਾਂ ਮੁੱਲ ਪੈਂਦਾ ਹੈ। ਅੱਜ ਫਰੈਸ਼ਰ ਬਾਜ਼ਾਰ 'ਚ ਜਾਂਦਾ ਹੈ ਅਤੇ ਕੀ ਕਹਿੰਦੇ ਲੋਕ, ਨਹੀਂ ਭਾਈ ਘੱਟੋ ਘੱਟ 2 ਸਾਲ ਦਾ ਤਜਰਬਾ ਹੋਏਗਾ ਤਾਂ ਵੱਡਾ ਅਹੁਦਾ ਮਿਲੇਗਾ। ਵੀ ਬੇਸ਼ੱਕ ਡਿਗਰੀ ਤੇਰੇ ਕੋਲ ਹੈ ਪਰ ਤਜਰਬਾ ਤੇਰੇ ਕੋਲ ਨਹੀਂ ਹੈ, ਇਸ ਕਰਕੇ 2 ਸਾਲ ਟ੍ਰੇਨਿੰਗ ਲੈ ਕੇ ਆ ਕਿਸੇ ਕੋਲ। ਅੱਜ ਵੀ ਅਸੀਂ ਬਾਜ਼ਾਰ 'ਚ ਪ੍ਰੋਫੈਸ਼ਨਲਸ ਲਾਈਨ ਦੇਖਦੇ ਹਾਂ, ਬੱਚੇ ਵੱਡੀਆਂ ਵੱਡੀਆਂ ਮਾਸਟਰਸ ਡਿਗਰੀਆਂ ਲੈ ਕੇ ਬਾਜ਼ਾਰ ਜਾਂਦੇ ਨੇ, ਅਗਲੇ ਕਹਿੰਦੇ ਵੀ 2 ਸਾਲ ਅਸਿਸਟੈਂਟ ਰੱਖਾਂਗੇ, ਤਜਰਬਾ ਹੋ ਜਾਏਗਾ ਫਿਰ ਚੰਗੀ ਪੋਸਟ ਮਿਲੇਗੀ। ਇਹ ਗੱਲ ਸਾਨੂੰ ਸਮਝਣ ਦੀ ਜ਼ਰੂਰਤ ਹੈ। ਜੇ ਬਾਜ਼ਾਰ 'ਚ ਇਸ ਤਰ੍ਹਾਂ ਚੱਲਦਾ ਹੈ, ਪ੍ਰੋਫੈਸ਼ਨ 'ਚ ਇਸ ਤਰ੍ਹਾਂ ਚੱਲਦਾ ਹੈ, ਅਤੇ ਗੁਰਮਤਿ ਅਧਿਆਤਮ 'ਚ ਵੀ ਇਸੇ ਤਰ੍ਹਾਂ ਚੱਲਦਾ ਹੈ। ਵਡੇਰਿਆਂ ਤੋਂ ਪੁੱਛ ਕੇ ਚੱਲੀਏ, ਗੁਰਮੁਖਾਂ 'ਤੇ, ਔਰ ਸਾਡੇ ਨਿੱਜੀ 'ਤੇ ਖਾਸ ਕਰਕੇ ਸਾਡੇ ਸਮੂਹ ਵਿੱਚ ਇਹ ਹੋ ਗਿਆ ਕਿ ਅਸੀਂ ਆਪ ਹੁਦਰੇ, ਇੱਕ ਪੰਜਾਬੀ ਸ਼ਬਦ ਹੈ, ਅਸੀਂ ਆਪ ਹੁਦਰੇ ਹੋ ਗਏ ਹਾਂ। ਅਸੀਂ ਗੁਰਮੁਖਾਂ ਦਾ ਮਾਣ ਕਰਨੋਂ ਹਟ ਕੇ, ਨਤੀਜਨ ਸਾਡੇ 'ਚ ਬਿਖਰਾਓ ਪੈ ਗਿਆ ਹੈ। ਆ ਕੌਮੀ ਪੱਧਰ 'ਤੇ ਵੀ, ਪਰਿਵਾਰਕ ਪੱਧਰ 'ਤੇ ਵੀ, ਅਤੇ ਮੈਂ ਕਰਨਾ ਵਿਅਕਤੀਗਤ ਪੱਧਰ 'ਤੇ ਵੀ ਅਸੀਂ ਟੁੱਟੇ ਜੇ ਪਏ, ਬਿਖਰੇ ਜੇ ਪਏ ਟੈਨਸ਼ਨਸ 'ਚ ਆ, ਕਿਉਂਕਿ ਕੰਮ ਤਾਂ ਕਰ ਲੈਂਦੇ ਹਾਂ ਅਤੇ ਫਿਰ ਅਸੀਂ ਦਬਾਅ 'ਚ ਹੁੰਦੇ ਹਾਂ, ਪਤਾ ਨਹੀਂ ਠੀਕ ਹੋਏਗਾ ਕਿ ਨਹੀਂ। ਮਹਾਰਾਜ ਕਹਿਣ ਲੱਗੇ ਤੈਨੂੰ ਖੁਦ ਨਹੀਂ ਪਤਾ ਲੱਗਦਾ। ਬੜਾ ਪਿਆਰਾ ਬਚਨ ਇੱਕ ਆਪਣੇ ਪੜ੍ਹੇ, ਜੇ ਆਪ ਪਰਖ ਨਾ ਆਵਈ ਤਾਂ ਪਾਰਖੂਆਂ ਥੀ ਲਈ ਪਰਖਾਏ। ਜੇ ਤੈਨੂੰ ਆਪ ਸਮਝ ਨਾ ਆਵੇ ਤੇ ਆਪਣੇ ਉਸ ਖਿੱਤੇ ਦੇ ਵਡੇਰਿਆਂ ਤੋਂ ਪੁੱਛ ਲਓ। ਜਿਵੇਂ ਅੱਜ ਬਾਜ਼ਾਰ 'ਚ ਅਸੀਂ ਐਕਸਪਰਟ ਦੀ ਰਾਏ ਲੈ ਲੈਂਦੇ ਹਾਂ, ਭਾਈ ਅਧਿਆਤਮ ਦੇ ਵਿੱਚ ਐਕਸਪਰਟ ਨੇ ਨਾ, ਜਿਹਨੂੰ ਗੁਰਮੁਖ ਕਿਹਾ ਜਾਂਦਾ ਹੈ, ਸੰਤ ਕਿਹਾ ਜਾਂਦਾ ਹੈ, ਇਹ ਅਧਿਆਤਮ ਦੇ ਐਕਸਪਰਟ ਨੇ। ਇਹਨਾਂ ਦੀ ਲੋਕ ਸੰਤਾਂ ਤੋਂ ਪੁੱਛ ਕੇ ਕਿਉਂ ਚੱਲਦੇ ਸਨ ਅਤੇ ਭਲੇ ਕੰਮ ਹੁੰਦੇ ਸਨ। ਕਹਿਣ ਲੱਗੇ ਮਹਾਰਾਜ ਫਿਰ ਕਿੱਦਾਂ ਕਰੀਏ? ਕਹਿਣ ਲੱਗੇ ਸੁਣੋ, ਅਸੀਂ ਕਿਉਂ ਨਹੀਂ ਕਰ ਪਾਉਂਦੇ? ਅਸੀਂ ਵਡੇਰੇ ਬਜ਼ੁਰਗਾਂ ਦੀ, ਗੁਰਮੁਖਾਂ ਦੀ ਆਗਿਆ ਜਾਂ ਉਹਨਾਂ ਦੀ ਸਲਾਹ ਕਿਉਂ ਨਹੀਂ ਲੈਂਦੇ? ਕਿਉਂਕਿ ਸਾਡੇ ਅੰਦਰ ਨਾ ਅੰਤਰ ਮੈਲ, ਸਾਡੇ ਅੰਦਰ ਹੰਕਾਰ ਦੀ, ਵਿਕਾਰ ਦੀ ਇੰਨੀ ਮੈਲ ਜ਼ਿਆਦਾ ਹੈ, ਸਾਨੂੰ ਝੁਕਣੇ ਨਹੀਂ ਦਿੰਦੀ। ਸਾਡੇ ਅੰਦਰ ਹੰਕਾਰ ਇੰਨਾ ਚੜ੍ਹਿਆ ਹੋਇਆ ਕਿ ਅਸੀਂ ਝੁਕ ਹੀ ਨਹੀਂ ਪਾ ਰਹੇ, ਅਤੇ ਆਪਣੇ ਵੱਲੋਂ ਧਰਮ ਦੇ ਕਰਮ ਕਰੀ ਜਾਣੇ, ਮੈਂ ਆਹ ਕਰ ਲਿਆ, ਮੈਂ ਆਹ ਕਰ ਲਿਆ, ਅਸੀਂ ਇੱਥੇ ਵੀ ਕਰ ਲਿਆ, ਉੱਥੇ ਵੀ ਕਰ ਲਿਆ, ਬੜਾ ਕੁਝ ਕਰਦੇ ਹਾਂ।
महाराज कहने लगे अंतर मैल लोभ बहु झूठे। अंदर विकारां दी मैल है, विकारां दी मैल दे नाल साडे अंदर लोभ है। असी लालच ना भरे आ, किरत करके जो साडी परिवार की जरूरत है उत्थों तक तो सियाणे कहते लोभ नहीं। और दर्शन जिन्होंने फिलासफी कहने आ उस बहुत बारीकी नाल समझाया जाता कि लोड़ अते लोभ दे विच बहुत बारीक जी लाइन होंदी है। लोड़ कितनी है तो लोभ कित्थों शुरू होएगा सानूं पता ही नहीं लगता। असी उसनूं लोड़ दे दायरे च देख रहे हुंदे आ पर तां साडा लोभ हुंदा है। लोड़ कदों पूरी हो जाती है तो लोभ कदों शुरू हो जाता है सानूं समझ नहीं आता। इसे करके शाम के वेले कीर्तन च बड़ी प्यारी तुक है। उत्थे एक सिख मंग रहा हुंदा महाराज मैनूं आटा चाहिए, दाल चाहिए, चावल चाहिए, घ्यो, बिस्तरा, मंजा, घर परिवार सारियां चीज़ां एक लंबी फेरिस्त है जो असीं आरती च कहने आ। घर परिवार की सारियां एक मनुख दीयां जो जरूरतां ने असीं वो लिस्ट महाराज अगे रखते हैं। पर उहदे नाल एक गल कहने ने मैं ना ही कीता लभो, मैं लालच नहीं कीता। मंगना है पर लालच वाली चीज़ लोड़ मुताबक मंगीए। यही गल सानू समझ आ जाए। असी मंगां रखणियां ने अपनियां पर मंगां वो रखी जो लोड़ां पूरियां होण। लोड़ कितनी है उतना मंग लो। मैं ना ही कीता लभो एक नाम तेरा मैं फब्बो। मैं लालच नहीं जे कर रहा महाराज, देखो मैं लोड़ है इतना मंग रहे हैं क्योंकि 2 सेर आटा मेरी लोड़ है, घर परिवार मंजा बिस्तरा घोड़े सब लोड़ है। समाज में जीण वास्ते चीज़ां जरूरतां लोड़ ने। हर मनुख की लोड़ अलग अलग है कि वो परिवार के मुताबिक वो लोड़ अलग है, वो स्टैंडर्ड के मुताबिक वो लोड़ अलग है। हुण असीं ये अपने अपने आप को देखना कि असीं लोड़ां की पूर्ति करते हैं कि लोभ दा संचन करते पे आ। पर साडे चों अचनचेत बहुती वार लोड़ तो ज़्यादा दी गल्लां होण लग पैंदियां ने ते जदों लोड़ तो ज़्यादा दी गल्लां होंदियां ते फिर वो लोभ तुर पैंदा है। महाराज कहने लगे अंतर मैल लोभ बहुत झूठे। दूजी गल तुसीं झूठे हो भाई, सच नहीं जी बोलते। असी समाज परिवार में सच नहीं बोलते। सानू अजकल झूठ बोलने की इन्नी आदत पै गई है। गाहे बगाहे बैठे सी पार्क च हुंदे आ ते फोन की कहने से मीटिंग चा गाहे बगाहे सारे करते हैं। शायद ही कोई होएगा जो सच कहिंदा होएगा, नहीं तो तुरे सी किते होर जाने दसते किते होर जाने। क्योंकि निक्की निक्की चीज़ां इस एलीमेंट्स ने सानू झूठा बना दिता है। वो आदत बन गई है, साडे अंदर झूठ भरिया पिया। पर इत्थे जिस मुकाम की असीं गल करते हैं इत्थे चीज़ां नहीं चलनियां। इसे करके वो आदतन असीं इत्थे बहुत कुछ कर जाने हैं लेकिन झूठ पद्धर ते ही हुंदा है। ते महाराज कहने लगे अंतर मैल लोभ बाहो झूठे, तुसीं वड्डे झूठे हो। ते बाहर नहावो, बाहरों बड़े चंगे सुच्चे बन के बैठे हैं। असी इशनान पान किया जी, साडे कपड़े बड़े चंगे जी, असीं नवें पा के आए जी। असी तो हत्थ बड़ी बार धोने हाँ जी, असीं तो बड़ा कुछ करते हैं जी। असी बड़े सच्चे सुच्चे हैं जी। असीं गाहे बगाहे दसते हुंदे आ, देखो जी मैं तो आए साल इत्थे यात्रा करके आउणा, मैं तो हर साल उत्थे इशनान करन जाना। महाराज कहने लगे काहदा नहाउणा तुहाडा? साडा तुहाडा बहुतियां दा नहाउणा तो हाथी का इशनान है। सरोवर च निकले, इशनान किया, बाहर गए, मिट्टी घटा चुक के सिर च पा लिया। असीं इत्थे इदां ही करदे ना। सानू क्या है, अज इत्थे बैठे हैं, इत्थे साडे सुरत इशनान हो रहा है। पर क्षमा करना जोड़े घर तक की इशनान की पवित्रता साडे कोल होंदी है? नोटिस बोर्ड देख के साडे पता नहीं कितने कोई कमेंट्स पास होंदे ने। उत्थे खलोते हुए जीआं नूं वेख के असीं कितने कोई कमेंट्स पास कर देने आ। ये की है, बाहर दा कूड़ा चुक के सिर च पा लैने आ। जिवें हाथी नहा के सरोवर चों निकलदा, नदी च निकलदा, बाहरों मिट्टी चुक के अपने शरीर ते पा लैंदा। हो सकदा उहदी कोई कुदरती फिजिकल जरूरत होवे, पर साडी ते नहीं गी ना। पर साडी ते ऐसी कोई जरूरत नहीं कि असीं किसी ते कमेंट्स करिए, किसी दे बारे बोलीए। कम से कम कितनी दूर तक पवित्रता नूं रख सकते हैं उतना तो रखिए। बाबा कबीर साहब के जीवन की निक्की जी गाथा है, विचार कितनी दूर तक जा सकता है उतना हंडालो उतना तुहाडा है। बाबा कबीर साहब के घर कोई जी आया, पुछया बाबे जी नूं मिलना है। माता लोई ने कहा भी साढ़े इलाके चों कोई जी चलाना कर गए, वो शमशान घाट गए ने।
तू बह जा इंतजार कर, आउंदे होणगे 2-4 घड़ियां तक। कहने लगा नहीं 2-4 घड़ियां इत्थे इंतजार जो करना है तो मैं शमशान ही चला जाना, उत्थे मिल लवांगा। तो माता कहने लगी ठीक है भाई उत्थे चला जा। तो माता कहने लगी कि पहला मुलाकात होई है तेरी? कहने लगा नहीं। माता दस दिओ कि उन्हें कपड़े किहो जे पाए ने, पहचान क्यों? क्योंकि बहुत सारे लोग होने आ तो कपड़ियां तो पहचान लाँगा। माई कहने लगी भी भाई शमशानां ते अक्सर लोगों ने चिट्टे कपड़े पाए होंदे ने, अज भी असीं देखते हैं गमियां ते जांदे लोग तो बहुते चिट्टे ही होंदे ने। कहने लगे जिथे सारे अक्सर बजुर्ग लोग ही जाते हैं, सियाणी उमरां दे होंदे ने, सारे इक्को जे कपड़े पाए, किवें पछाणेगा? ठहर के कहने लगा माता तो भगत ने ना, उन्हें कोई होर पहचान भी तो होएगी जो कपड़ियां तो बजुर्गी तो वखरी होएगी। माता कहने लगे जे पछाण सके तो एक पछाण दसते नहीं आ। कहने लगे जी की? कहने लगे दसी कि उन्होंने सिर ते ना एक प्रकाश का चक्कर है, जो उन्होंने राम की कृपा है, जो गौर ना देखेगा तो उन्होंने सिर ते राम की कृपा एक प्रकाश का चक्र मिलेगा, वो देख लें। कहने लगा ठीक है। हुणे पहुँच गया शमशान ते अगे शिवा बलदा पे, सारे लोग सज्जे खब्बे बैठे खड़े ने, देखदा सारिਆਂ ਦੇ सिर ते चक्कर है। हैरान हो गए इन्ने कबीर, पर कहने लगा नहीं माई ने तो कहा सी कबीर दे सिर ते चक्कर होंदा है, अज तो सारे सिर ते चक्कर है। ठठंबर जिहा गया। हुण किनू कहे कि बाबा तुसी कबीर हो? शमशान के दरवाजे ते खलो गया भी जो मुड़नगे ना तो देखांगा। हुण लोग ज्यों ज्यों शिवा बालना शुरू हो गया, एक मुड़ गया, दूजा मुड़ गया, तीजा मुड़ गया, जो असीं तुर पैने हुंदे हौली हौली। ज्यों ज्यों चिता तो कोई दूर जान लगे ने, शमशान के दरवाजे तक आए, बहुतियां दे बाहर जो चबच्चा जिस नलका लगा हुंदा है उत्थों तक वो चक्कर उड़ गया। बस हथ मूँह धोता तो अपने घर परिवार संसार की निंदा चुगली शुरू हो गई, उन्हों का चक्कर उड़ गया। अखीर ते रह गए 2-4 बंदे, उन्होंने वेख्या चक्कर है, हौली हौली भी तुर पे, उन्होंने दरवाजे तक सिर ते चक्कर बरकरार है, दरवाजे तो बाहर तुर पे। हुणे उन्होंने 4 बंदे दे मगर मगर तुर पे, भाई 4 दे चक्कर है, 4 ते कबीर हो नहीं सकते, तुरदे गए। ज्यों ज्यों आबादी के नेड़े आ गए उन्होंने दोनों 3 के चक्कर उड़ गए, एक का चक्कर सिर ते बरकरार है। इन्हें अगा के पल्ला फड़ लिया, कहने लगे बाबा तुसी कबीर हो? कबीर कहने लगे हाँ भाई। कहने लगे जी मैं तुहानूं पछाण लिया, मैं बड़े चिरां तो तुहाडी उडीक कर रहा सा। तो कबीर कहते भी देखते मैं भी रहा भी तू खलोता है, पर मैनू की पता तू मैनू मिलण आया, पर यह दस भी जे तू पछाणदा है तो उदों गल कर लैंदा, इन्ना चिर लाया ही हुण तक। कहने लगा जी उदों पछाणिया नहीं सी, हुण पछाणिया तुहानूं। कबीर हस के कहने लगे इन्ने चिर बाद तू बोलिया किसी ने, किवें पछाणिया? कहने लगे आ पहचान माई ने मैनूं दसी सी भी तुहाडे सिर ते चक्कर है, उहदे नाल पछाणिया। तो कहने लगे फिर पहलां पछाण लैंदा। कहने लगा नहीं जी सारिਆਂ दे चक्कर सीगा, इस करके नहीं पछाण पाया। कहने लगा जिहड़ा मेरा मसला वो तेरा मैं पुछ ही लेना है, ये दसो कि बाबा चक्कर दा चक्कर की है? कबीर साहब कहने लगे तेन माता ने दसिया ना राम की कृपा है। कहने लगे तो माता ने दसिया सी कि राम जी की कृपा तुहाडे सिर ते है, तो राम की कृपा का चक्कर है। पर जदों शमशान ते खड़े सन सारिਆਂ ते की राम की कृपा सी? कहने लगे हाँ उदों सारिਆਂ ते राम की कृपा सी, क्योंकि उदों सारे निंदा चुगलियां तो बचे हुए सन, उदों सारे संसार के लोभ झूठ निंदा लालचां तो बचे सन। तो लगभग सारिਆਂ ਨੂੰ यही चिंता सी यही हवाल होएंगे तेरे, भी लै अंत तो सब का यही है ना। और असीं भी इदां करदे हुंदे भी लै भाई किन्ना वड्डा बंदा सी अखीर तो इत्थे आ गया ना। उदों सारिਆਂ ਦੇ सिर ते राम की कृपा ही हुंदी है। पर ज्यों ज्यों मुड़दे वापस कोई 2 कदम कोई 4 कदम कोई 6 कदम, आपां भी देखिया होना है। आपां सोहले का पाठ करके उठते, बहुते तो वो ने जिहड़े कि सोहले के पाठ च उत्थे बैठते ही नहीं। आ वेखिया होना जाईदा नहीं शमशान ते, कितने को जी ने जो संस्कार तो बाद विच अदब ना बैठ के उत्थे सोहले का पाठ सुनते ने जां सरदास शामूलीयत करते हैं, तो शायद बा मुश्किल 20% होंदे ने। परिवार दे जी मजबूरी हुंदी है, उन्होंने बहना हुंदा है, नहीं तो प्रेम ना तो मैं बैठा देखा कोई नहीं। इन्ने 30 साल हो गए मैनू भी घर इस कार विहार च विचरदे हैं, बड़े अदब ना शायद ही कोई होएगा भी शमशान घाट ते आए भाई किसी की अंतम यात्रा च आए हैं तो भाई 4 पल आधी पौनी घड़ी है अदब दे नाल इहदा साथ दे दिओ। नहीं बस समा ही हुंदा छेती कर दिओ भाई जी, छेती पाठ कर दिओ।
क्योंकि साढ़े ते वो संसार हावी होंदा है, वो साढ़े सारे नाल चलदा है। ते कहण लगे असीं बाहरों ते बहुता नहाउने आ, पर अंदर किन्ना कोई विचारां दी पवित्रता नूं लैके चलदे, ये साडा आपोपण है। इत्थे असीं कथा कीर्तन सुणदे आ, करदे आ, देख कराई, प्रसाद लिया, कितनी कुछ दूर तक इस पवित्रता नूं ले जा सकदे हो, उन्नी ही साड़ी सफलता ज़्यादा हो जाएगी। भाई साहब कहते होंदे सी भी जितना समा कथा कीर्तन करके आयो ਜਾਂ सुन के आयो, घट्टो घट उतना समा ते चुप रह लो। जे तुसीं 30-40 मिनट कथा सुन के आयो, करके आयो, तो कम से कम 30-40 मिनट ते चुप करके बैठे रहो। पर साडे तो उतना समा भी उस पवित्रता नूं बरकरार नहीं रखिया जांदा। गुरुदेव कृपा करन। महाराज कहन लगे तुसीं काहदा, कहंदे सी बाहर नहावो, काहदे हुक्म इशनान करदे हो, काहदी पवित्रता का दावा करदे हो तुसीं। ये सब कर्म धर्म पाखंड, अज सिर डांट पई ना, कर्म धर्म पाखंड जो दिसे तिन जम जागाती लूट है। काहदी पवित्रता का दावा असीं करदे आ। महाराज कहन लगे बाहर नहावो काहे जियो। महाराज की करिए फिर, सानू खिमा कर दिओ। निर्मल नाम जपो सद रसना गुरमुख भलियो। वाहिगुरु जी का निर्मल नाम है ना, निर्मल नाम नूं जपिया करो, क्योंकि इक्को वाहिगुरु जी का नाम ही निर्मल जे। आपान बचन बाणी पढ़े होने, मैला रव मैला है इंद। आ दुनिया के चंद्रमा ते सूरजां च मैल है जे। मैले ब्रह्मंडाइस कै ईश, जिन्होंने लोग अपना देवी देवता कह के पूजा पाठ करी जाते, उन्होंने आले दुआले मैलों की विकारां की मैल जे, उत्थे भी माया की विकार जे। महाराज फिर निर्मल की गल, एक हर निर्मल, केवल वाहिगुरु ही निर्मल जे। ते इस निर्मल ते सब निर्मल, उस वाहिगुरु जी के सदके ही निर्मलता जे, होर किते निर्मलता पवित्रता नहीं जे। इसे करके सतगुर कहन के भाई जदों वाहिगुरु वाहिगुरु जप करदे हो ते सदके मैल उतरदी है। प्रभ कै सिमरन मन की मल जाए, जदों मल जाती तो फिर जाके अमृत नाम रिद माहे समाए। हुण इन्हां दो तुकां च बहुत बड़ा ज्ञान है ना, जे मल नहीं गई तो ज्ञान नहीं आया, निर्मल नाम नहीं आएगा। इस करके मैल दा जाना जरूरी है। लिखिया ना, ओह धुप्पै नावै कै रंग, भरिए मत पापां कै संग। ओह धुप्पै नावै कै रंग, प्रेम दे नाल। रंग थे कहंदे ने प्रेम नूं, नाम दे प्रति भाव प्रेम, गुरु दे प्रति अदब भाव होवे। केवल गुरु नहीं, गुरु किहां दे प्रति भी भाव होवे ना, गुरु सिखां प्रति भी। बचन ते बड़ा असीं वजद विच पढ़दे कि गुरु सिखां की हर धूड़ दे। महाराज गुरसिखां की धूड़ दे, पर कि निजी जिंदगी कि असीं गुरसिखां की धूड़ नूं कदे लुड़िया? तो जवाब है नहीं। असीं कदे भी निजी जीवन निजी तौर पर गुरसिखां की धूड़ वास्ते कदे याचना ही नहीं की, लोड़िया ही नहीं करते। हाँ कीर्तन हो रहे तो फिर असीं बह जाने घड़ी, गुरसिखां की हर धूड़ दे हम पापी पीगत पाए। बड़ा प्यारा बचदो, जो दीसै गुरसिखड़ा तिस निव निव लागों पाए जियो। तो साढ़े सामने कोई उपरा बंदा आ जाए तो कि असीं निव निव पाए लगते, असीं तो फतेह भी नहीं बुलाते उन्होंने। अगर थोड़ा जा अहदा कमज़ोर होवे, दे कपड़े मैले गरीब होवे, वो फतेह बुलावे भी तो असीं बोलते जवाब नहीं देंगे। साडी हालात है। महाराज कहन लगे की करते हो, इदां कोई थोड़ा होना। निर्मल नाम जपो सद गुरमुख, अंतर की गत ताही जियो। ये अंतरगत है और अंतर दी हालात परमात्मा नूं पता जी। असी बाहरों जितना मर्जी चिकने चुपड़े बन के बैठे हुए, वो घट घट के अंतर की जानत, भले बुरे की पीर पछानत। यतन करिया करिए दिखावा ना होवे। धर्म दिखाउण लई नहीं हुंदा, धर्म निभाउण लई हुंदा है। अज साडी समाजिक एक कमी है कि असी धर्म नूं दिखावा बना के रख लिया। असी दिखाउंदे हाँ धर्म है, नहीं धर्म दिखाया नहीं जाता, धर्म सिर्फ निभाया जाता है। तो जिस व्यक्ति का जो भी कर्तव्य है, जो ड्यूटीज़ ने, अगर वो बाखूबी निभा रहा है तो फिर समझ लो धर्म निभा रहा है। अपने जान तन लगा के निभा रहा तो धर्म निभा रहा। अंतर की गल्लां उहदे कोल है नहीं, इस करके हुक्मी तौर पर ਸਾਨੂੰ फिर कहिंदे, पर हर लोभ निंदा कूड़ त्यागो। जे तुसी धर्मी बनना है, जे तुसां कुछ प्राप्त करना तो ये चीज़ों का त्याग करो। पर हर छड्ड दिओ। की छड्डीए?
लोभ छड़ दिओ, निंदा छड़ दिओ, कूड़ दा त्याग कर दिओ। अगर तुसां ने नाम फल प्राप्त करना है, जो गुरु को जलनित प्राप्त करना है, तो ये चीज़ों का त्याग कर दिओ। पर हर लोभ निंदा कूड़ त्याग कहो ते प्राप्त करना जे सच नूं, ते सच गुर बचनी, सच गुरु की बचना सदके मिलदा जे। पाओ गुरु का उपदेश जो है, तो यही तो गुरु का उपदेश है कि निंदा त्याग दो, कूड़ त्याग दो। यही तो उपदेश गुरु का है। फल पाही जियो, जे ऐसा कर लोगे तो तुहानूं सच रूपी फल भी प्राप्त हो जाएगा। फिर बेनती करया करी, जो साडे निजी हर सिख की बेनती हुण महाराज, ज्यों भावै त्यों राखो हर जियो। हे सच्चे पातशाह सानू रख लो, राख पिता प्रभ मेरे, मोह निर्गुण सब गुण तेरे। बेनती करे करी पंच बिखा दी एक गरीबा, राखो रखन हारे, खेद करे और बहुत संताव है, आयो शरण तिहारे। बेनती करे करी महाराज, ज्यों जगत जलंदा रख लै अपनी कृपा तार। अज कल के ज्यों भावे त्यों राखो हर जियो, नानक शब्द सलाही जियो। महाराज कहने लगे रख तो लवांगे, बचा तो लवांगे, करेंगा की? कहने लगे जी मैं एको काम कर सकदा, जो महाराज अपना नाल है की करेंगा? कहने लगे शब्द सलाही, शब्द के सदके तुहाडी सिफत करांगा। बस असी सिफत करया करिए, जिसनूं कहते उस्तत मन में है कर निरंकार। मनुखां दी बंदियां दी उस्तत की बजाय रब की उस्तत करया करिए। कल बड़ा प्यारा बचन सी ना, दुनिया ना साला है जो मरवंज सी, लोकां ना साला है जो मरखाक थी। गुरुदेव कृपा करन असीं इस अवस्था नूं पा सकीए, असीं सच फल प्राप्त कर सकीए। तैनूं वचन प्रवान करना, भुल चुक दी खिमा, आसीस ते प्यार दे फतेह बुलाउणा। वाहिगुरू जी का खालसा, वाहिगुरू।